ਸਤਨਾਮ ਵਾਹਿਗੁਰੂ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰ। ਜਿਹਵਾ ਏਕ ਕਵਨ ਗੁਣ ਕਈਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਈਐ। ਧੰਨ ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਜੋ ਪ੍ਰਾਨੀ ਮਮਤਾਤ ਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤਿ ਉਦਾਰ। ਜੋ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਜੋ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੱਲੋਂ ਮਿਲ ਰਹੀ ਬਖਸ਼ਿਸ਼, ਜੋ ਸ਼ਲੋਕਾਂ ਦੇ ਰੂਪ ਅੰਦਰ ਸਤਿਗੁਰੂ ਜੀ ਸਾਡੇ 'ਤੇ ਤਰਸ ਕਰਕੇ ਸਾਡੇ ਭਲੇ ਲਈ ਬਚਨ ਲਿਆਏ, ਉਹਨਾਂ ਦੀ ਵਿਚਾਰ ਪ੍ਰਾਰੰਭਕ ਹੈ 22 ਤੇ 23 ਨੰਬਰ ਸ਼ਲੋਕ, ਜਿਨ੍ਹਾਂ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ। ਨਾਵੇਂ ਗੁਰਦੇਵ ਪਿਤਾ ਜੀ ਦਾ ਅੱਜ ਬਚਨ ਹੈ, ਜੀਵਨ ਦੇ ਅੰਦਰ ਜੋ ਕੁਝ ਵੀ ਅਸੀਂ ਵੇਖ ਰਹੇ ਹਾਂ ਖੁੱਲ੍ਹੀ ਅੱਖ ਨਾਲ, ਇਹਦੇ ਵਿੱਚ ਸੱਚਾਈ ਕੁਝ ਹੋਰ ਹੈ, ਦਿਸਦਾ ਕੁਝ ਹੋਰ ਹੈ। ਤੁਲਨਾ ਸਤਿਗੁਰੂ ਜੀ ਜਗਤ ਦੀ ਕਰਦੇ ਨੇ ਸੁਪਨੇ ਨਾਲ। ਜਿਉਂ ਸੁਪਨਾ ਅਰ ਭੇਖਣਾ, ਐਸੇ ਜਗ ਕੋ ਜਾਨ। ਕਹਿੰਦੇ ਜਗਤ ਇਸ ਤਰ੍ਹਾਂ ਜਿਵੇਂ ਸੁਪਨਾ ਆਉਂਦਾ ਹੈ ਅਤੇ ਅਸੀਂ ਉਹਨੂੰ ਬੰਦ ਅੱਖ ਨਾਲ ਵੇਖਦੇ ਹਾਂ। ਇਨ ਮੈਂ ਕੱਚ ਸਾਚੋ ਨਹੀਂ। ਜਦੋਂ ਹੀ ਜਾਗ ਖੁੱਲ੍ਹਦੀ ਏ, ਜਦੋਂ ਹੀ ਉਹ ਜਿਹੜੇ ਅਸੀਂ ਸੁਪਨੇ ਵਿੱਚ ਭੱਜੇ ਦੌੜੇ, ਕੁਛ ਬਣਾਇਆ, ਲੜੇ ਝਗੜੇ, ਪਿਆਰ ਮੁਹੱਬਤਾਂ ਪਾਈਆਂ, ਜਦੋਂ ਅੱਖ ਖੁੱਲ੍ਹੀ ਤਾਂ ਉਹਦੇ ਵਿੱਚੋਂ ਕੁਛ ਵੀ ਸਾਡੇ ਕੋਲ ਨਹੀਂ ਸੀ। ਆਖੀਦਾ ਉਹ ਤਾਂ ਸੁਪਨਾ ਸੀ। ਸਤਿਗੁਰੂ ਕਹਿੰਦੇ ਪੂਰਾ ਜੀਵਨ ਹੀ ਇੱਕ ਸੁਪਨੇ ਦੀ ਨਿਆਇਕ ਹੈ। ਸੱਚ ਕੁਝ ਹੋਰ ਹੈ। ਜੋ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਉਹ ਸੱਚ ਹੈ। ਉਹਨੇ ਖੇਡ ਬਣਾਈ ਸੀ ਵੀ ਸੁਪਨੇ ਦੇ ਅੰਦਰ ਤੁਸਾਂ ਨੇ ਰੱਬ ਨਾਲ ਜੁੜ ਕੇ ਜੀਵਨ ਨੂੰ ਸਫਲਾ ਕਰਨਾ। ਬੰਦਾ ਸਾਰੀ ਜ਼ਿੰਦਗੀ ਸੁਪਨੇ ਦਾ ਧਨ ਇਕੱਠਾ ਕਰਦਾ ਹੈ। ਉਹ ਧਨ ਇਕੱਠਾ ਕਰਕੇ ਉਹਦੇ ਨਾਲ ਮੋਹ ਪਾਈਦਾ। ਸਤਿਗੁਰੂ ਦਾ ਅੱਜ ਬਚਨ ਪਹਿਲਾ, ਜੋ ਪ੍ਰਾਣੀ
ਮਮਤਾ ਤਜੇ ਮਮਤਾ। ਬਾਹਰਲੀਆਂ ਹਰ ਚੀਜ਼ ਨਾਲ ਜਿਹੜੀ ਸਾਡੀ ਪਕੜ ਹੈ, ਸਾਡੀ ਖਾਸ਼ ਹੈ, ਇਹ ਹੋਰ ਵਧੇ, ਗਵਾਚ ਨਾ ਜਾਏ। ਇਹਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ, ਫਿਰ ਇਸ ਦੀ ਪਕੜ ਦੇ ਮੁਤਾਬਕ ਹੀ ਅਸੀਂ ਇਹਦਾ ਲਾਲਚ ਕਰਕੇ ਹੋਰ ਵਧਾਉਂਦੇ ਹਾਂ। ਮੋਹ ਨਾਲ ਇਹ ਗਵਾਚੇ ਨਾ ਸਾਥੋਂ। ਫਿਰ ਅਹੰਕਾਰ ਵੀ ਕਰੀਦਾ, ਸਾਡੇ ਕੋਲ ਇੰਨਾ ਕੁਝ ਹੈ। ਸਾਹਿਬ ਕਹਿੰਦੇ ਜੇ ਇਹਨਾਂ ਚੀਜ਼ਾਂ ਨੂੰ ਸੁਪਨੇ ਦੀ ਨਿਆਈ ਸਮਝ ਕੇ ਇਹਦੀ ਪਕੜ ਛੱਡੇ, ਲਾਲਚ ਨਾ ਕਰੇ, ਪਕੜ ਨਾ ਬਣਾਵੇ, ਤੈਨੂੰ ਡਰ ਨਾ ਹੋਵੇ, ਅਹੰਕਾਰ ਨਾ ਕਰੇ, ਤੇ ਚੇਤਾ ਰੱਖੀ ਜੇ ਸਿਮਰਨ ਕਰੇਗਾ ਤੂੰ ਕੇਵਲ ਆਪ ਨਹੀਂ ਤਰੇਂਗਾ, ਸਗੋਂ ਤੂੰ ਅਨੇਕਾਂ ਲੋਕਾਂ ਦਾ ਉਧਾਰ ਕਰ ਸਕਦਾ ਸੀ। ਹੋਇਆ ਬਿਲਕੁਲ ਉਲਟੇ। ਸਤਿਗੁਰੂ ਜੀ ਕਹਿੰਦੇ ਜੇ ਸੱਚਾ ਇਸ ਦੁਨੀਆ ਦੇ ਅੰਦਰ ਤੇ ਸਾਨੂੰ ਸੱਚ ਬਣਾ ਸਕਦਾ, ਉਹ ਨਾਨਕ ਬਿਨ ਭਗਵਾਨ ਅਕਾਲ ਪੁਰਖੀ ਹੈ ਕੇਵਲ ਇੱਕ। ਇਹਦੇ ਤੋਂ ਬਗੈਰ ਸਭ ਕੁਝ ਝੂਠਾ ਹੀ ਝੂਠਾ ਹੈ। ਮੈਂ ਅੱਜ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ, ਅਸੀਂ ਬਚਪਨ ਤੋਂ ਬੁਢਾਪੇ ਤੱਕ ਸੁਪਨੇ ਲੈਂਦੇ ਹਾਂ। ਸੁਪਨੇ ਲੈ ਜਾਂਦੇ ਨੇ। ਇੱਕ ਤੇ ਵੇ ਨਾ ਜਿਹੜਾ ਜਦੋਂ ਸੌਂ ਜਾਈਦਾ ਤੇ ਉਦੋਂ ਸੁਪਨਾ ਆਉਂਦਾ, ਜਾਗ ਖੁੱਲ੍ਹੀ ਤੇ ਗੁਰੂ ਕੇ ਪਿਆਰੋ ਸਾਰਾ ਕੁਛ ਬੇਗਾਨਾ। ਅਕਸਰ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਨੇ, ਗਰੀਬ ਆਦਮੀ ਜਦੋਂ ਸੌਂਦਾ ਏ ਤੇ ਉਹਨੂੰ ਸੁੱਤਿਆਂ ਸੁਪਨੇ ਆਉਂਦੇ ਨੇ ਵੀ ਮੈਂ ਬਹੁਤ ਅਮੀਰ ਹੋ ਗਿਆ ਵਾਂ, ਰਾਜਾ ਬਣ ਗਿਆ ਵਾਂ। ਕਿਉਂਕਿ ਸਾਰਾ ਦਿਨ ਉਹ ਖਾਸ਼ ਅੰਦਰ ਚੱਲਦੀ ਜਿਹੜੀ ਉਹ ਰਾਤੀ ਸੁਪਨੇ ਵਿੱਚ ਆਉਂਦੀ। ਰਾਜਿਆਂ ਨੂੰ ਅਕਸਰ ਜਦੋਂ ਸੁਪਨੇ ਆਉਂਦੇ ਨੇ ਡਰ ਹੁੰਦਾ ਮੇਰੇ ਰਾਜ 'ਤੇ ਕੋਈ ਹਮਲਾ ਨਾ ਕਰੇ, ਕੋਈ ਖੋਹ ਕੇ ਨਾ ਲੈ ਜਾਵੇ। ਉਹ ਰਾਤ ਨੂੰ ਸੁੱਤਿਆਂ ਭਿਖਾਰੀ ਬਣ ਜਾਂਦਾ, ਡਰਦਾ ਹੈ। ਬਚਨ ਹੁੰਦਾ ਨਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਚਰਤ ਦੁੱਖ ਪਾਇਆ, ਸੋ ਗਤ ਪਈ ਖਮਾਰੀ। ਕਹਿੰਦੇ ਰਾਜੇ ਨੂੰ ਸੁੱਤੇ ਨੂੰ ਸੁਪਨਾ ਹੈ ਭਿਖਾਰੀ ਬਣ ਗਿਆ। ਜਦੋਂ ਜਾਗ ਕੇ ਵੇਖਿਆ ਤੇ ਰਾਜਾ ਹੀ ਸੀ। ਬੰਦੇ ਦੀ ਹਾਲਤ ਤੇ ਅਸੀਂ ਮਾਇਆ ਵਿੱਚੋਂ ਵਿਕਾਰਾਂ ਵਿੱਚ ਸੁੱਤੇ ਹੋਣ ਕਾਰਨ ਅਸੀਂ ਇਹਨੂੰ ਸੱਚ ਬਣ ਕੇ ਬਣਾਇਆ ਹੈ ਤੇ ਡਰ ਕੁਝ ਖੁੱਸ ਨਾ ਜਾਵੇ, ਚਲਾ ਨਾ ਜਾਵੇ। ਪਰ ਜਦੋਂ ਕਿਧਰੇ ਉਹਦੀ ਕਿਰਪਾ ਨਾਲ ਜਾਗ ਆਵੇ, ਜਾਗ ਜਾਂ ਤਾਂ ਉਹਦੀ ਮਿਹਰ ਨਾਲ, ਬੰਦਗੀ ਨਾਲ, ਸਾਧੂ ਦੀ ਤੇ ਗੁਰੂ ਦੀ ਸੰਗਤ ਨਾਲ ਆ ਜਾਵੇ, ਤੇ ਜਾਂ ਫਿਰ ਕਹੋ ਕਬੀਰ, ਭਗਤ ਕਬੀਰ ਸਾਹਿਬ ਜੀ ਦਾ ਬਚਨ ਹੀ, ਤਬ ਹੀ ਨਰ ਜਾਗੈ। ਉਦੋਂ ਜਾਗਦਾ ਹੈ ਜਦੋਂ ਜਮ ਕਾ ਡੰਡ ਮੂੰਹ ਪੈ ਲੱਗੇ, ਮੌਤ ਸਾਹਮਣੇ ਖਲੋ ਜੇ ਨਾ, ਉਦੋਂ ਕਹਿੰਦਾ ਤੇ ਸੁਪਨੇ ਦੀ ਤਰ੍ਹਾਂ ਜ਼ਿੰਦਗੀ ਲੰਘ ਗਈ। ਮੈਂ ਗੱਲ ਕਰਨ ਲੱਗਾ ਸਾਂ, ਅਸੀਂ ਜਾਗਦਿਆਂ ਜਿਹੜੀਆਂ ਸਾਡੀਆਂ ਖਾਸ਼ਾਂ ਨੇ, ਸਾਡੀਆਂ ਇੱਛਾਵਾਂ ਨੇ, ਉਹ ਮੁੱਕਦੀਆਂ ਨਹੀਂ। ਫਿਰ ਅਸੀਂ ਆਲੇ ਦੁਆਲੇ ਨੂੰ ਵੇਖ ਕੇ ਖਾਸ਼ਾਂ ਦੇ ਸੁਪਨੇ ਲੈਂਦੇ ਹਾਂ ਵੀ ਮੇਰਾ ਗੋਲ ਹੈ, ਮੇਰਾ ਸੁਪਨਾ ਹੈ ਮੈਂ ਡਾਕਟਰ ਬਣਨਾ ਹੈ, ਮੇਰਾ ਸੁਪਨਾ ਹੈ ਵੀ ਇੰਨਾ ਕੁ ਪੈਸਾ ਇਕੱਠਾ ਕਰਨਾ ਹੈ, ਮੇਰਾ ਸੁਪਨਾ ਹੈ ਇਸ ਪਦਵੀ 'ਤੇ ਮੈਂ ਪਹੁੰਚਣਾ ਹੈ। ਉਹ ਸੁਪਨੇ ਨੂੰ ਬਣਾ ਕੇ ਜ਼ਿੰਦਗੀ ਦਾ ਗੋਲ ਨਿਸ਼ਾਨਾ, ਉਹਦੇ ਲਈ ਦਿਨ ਰਾਤ ਮਿਹਨਤ ਕੀਤੀ ਜਾਂਦੀ। ਸਾਹਿਬ ਕਹਿੰਦੇ ਜਿਹੜੇ ਸੁਪਨੇ ਦੁਨਿਆਵੀ ਬਣਾਈ ਦੇ ਨੇ ਨਾ, ਇਹ ਤੂੰ ਇਹਦੇ ਲਈ ਕਿੰਨਾ ਯਤਨ ਕਰਦਾ ਪੂਰੇ ਵੀ ਖੋ ਜਾਣਗੇ, ਪਰ ਕਮਾਲ ਦੀ ਖੇਡ ਜਦੋਂ ਪੂਰੇ ਹੋ ਗਏ ਤੇ ਤੂੰ ਸੁਖੀ ਫਿਰ ਨਹੀਂ ਹੁੰਦਾ, ਪਰੇਸ਼ਾਨ ਓਨਾ ਹੀ। ਤੂੰ ਕਹਿਣਾ ਕੁਝ ਵੀ ਨਹੀਂ ਨਿਕਲਿਆ ਵਿੱਚੋਂ। ਇੱਕ ਚੀਜ਼ ਪੂਰੀ ਹੋ ਗਈ ਹੈ, ਬਾਕੀ ਕਈ ਕਲੇਸ਼ ਖੜੇ ਹੋ ਗਏ ਨੇ। ਸਾਹਿਬ ਕਹਿੰਦੇ ਜੇ ਇਹਦੀ ਜਗ੍ਹਾ 'ਤੇ ਸੁਪਨਾ ਤੂੰ ਲੈਣਾ ਹੀ ਹੈ, ਇੱਛਾ ਕਰਨੀ ਹੋਈ ਹੈ, ਤੇ ਫਿਰ ਤੂੰ ਇੰਜ ਕਿਉਂ ਨਹੀਂ ਕਰਦਾ? ਤੂੰ ਆਪਣੀ ਜ਼ਿੰਦਗੀ ਦਾ ਮਨੋਰਥ ਜਿਹੜਾ ਏ ਉਹ ਬਣਾ ਤੇ ਇੱਛਾ ਰੱਖ, ਮੈਂ ਇਸ ਜੀਵਨ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਕਰਨੇ ਹੀ ਕਰਨੇ ਕਰਨ। ਮੇਰਾ ਸੁਪਨਾ ਹੀ ਮੈਂ ਧੰਨ ਗੁਰੂ ਨਾਨਕ ਸਾਹਿਬ ਨੂੰ ਸੁਰਤੀ ਵਿੱਚ ਪ੍ਰਗਟ ਕਰਨਾ ਹੀ ਕਰਨਾ ਹੈ। ਮੈਂ ਜਿਉਂਦਿਆਂ ਜੀ, ਲੋਕੀ ਮਰਨ ਤੋਂ ਬਾਅਦ ਗੱਲ ਕਰਦੇ, ਮੈਂ ਜਿਉਂਦਿਆਂ ਜੀ ਅਕਾਲ ਪੁਰਖ ਦੇ ਗੋਦ ਉਹਦੇ ਚਰਨਾਂ ਵਿੱਚ ਬੈਠਣਾ ਹੈ। ਲੋਕ ਮਰ ਕੇ ਸੱਚਖੰਡ ਜਾਂਦੇ, ਮੈਂ ਜਿਉਂਦਿਆਂ ਜੀ ਜਿਹੜਾ ਸਤਿਗੁਰੂ ਕਹਿੰਦੇ ਬੇਗਮਪੁਰਾ ਹੀ, ਮੈਂ ਉਹਦੇ ਵਿੱਚ ਬਹਿਣਾ ਹੈ। ਸਾਹਿਬ ਕਹਿੰਦੇ ਸੁਪਨਾ ਜਦੋਂ ਆਪਾਂ ਕੋਈ ਲੈਂਦਾ ਹੈ ਨਾ, ਪਹਿਲੀ ਗੱਲ ਤਾਂ ਸੁਪਨਾ ਵਿਰਲੀਆਂ ਰੂਹਾਂ ਲੈਂਦੀਆਂ ਨੇ, ਪਰ ਜਿਹਨੇ ਲੈ ਲਿਆ ਉਹ ਫਿਰ ਦਿਨੇ ਰਾਤ ਮਿਹਨਤ ਜਦੋਂ ਸ਼ੁਰੂ ਕਰਦਾ ਹੈ ਨਾ, ਜਿੰਨੇ ਦਿਨ ਗੁਜ਼ਰਨਗੇ ਓਨੇ ਸੁੱਖ ਵਿੱਚ ਉਹ ਤੇ ਲੰਘਣੇ ਹੀ ਨੇ। ਉਸੇ ਘੜੀ ਕੀ ਇੱਕ ਹੋਰ ਮੈਂ ਬੇਨਤੀ ਕਰਾਂ ਇਸ ਲਈ ਜਰਾ ਸਮਝਣਾ ਇਸ ਗੱਲ ਨੂੰ। ਸੁਪਨਾ ਲੈ ਲਿਆ ਸੀ, ਤੁਰ ਪੈ ਪਰਮੇਸ਼ਰ ਦੇ ਰਾਹ ਵੱਲ,
ਦਿਨ ਰਾਤ ਅਭਿਆਸ ਕਰਾਂਗੇ, ਯਤਨ ਕਰਾਂਗੇ। ਹਰ ਖੇਲਾ ਦੁਨਿਆਵੀ ਸੁਪਨੇ ਲਈ ਹੁੰਦਾ ਹੈ ਨਾ, ਵੀ ਇਹੋ ਜਿਹੇ ਸਬੱਬ ਬੰਦਾ ਬਣਾਉਂਦਾ ਰਹਿੰਦਾ ਟਾਈਮ ਕੱਢ ਕੇ, ਤਾਂ ਕਿ ਉਹਦਾ ਜਿਹੜਾ ਨਿਸ਼ਾਨਾ ਉਧਰ ਵੱਧਦਾ ਜਾਵੇ। ਬਿਲਕੁਲ ਜਦੋਂ ਪਰਮੇਸ਼ਰ ਦਾ ਨਿਸ਼ਾਨਾ ਹੋਏਗਾ, ਕੰਮਕਾਰ ਕਰਦਿਆਂ ਵੀ ਉਦੋਂ ਵੀ ਵੇਖਾਂਗੇ, ਮਿੱਤਰਾਂ ਦੋਸਤ ਬਣਾਉਣ ਲੱਗਿਆਂ ਵੀ, ਛੁੱਟੀ ਵੀ ਅੱਗਾ ਪਿੱਛਾ ਵੇਖ ਕੇ ਵੀ ਕੰਮ ਸਾਡਾ ਬਹੁਤਾ ਏ, ਗੋਲ ਵੱਡਾ ਏ ਤੇ ਸਮਾਂ ਥੋੜ੍ਹਾ ਹੈ, ਅਸੀਂ ਸਮਾਂ ਕਦੇ ਅਜਾਈ ਨਹੀਂ ਗਵਾਵਾਂਗੇ। ਪਰ ਸਤਿਗੁਰੂ ਜੀ ਕੀ ਕਿਰਪਾ ਕਰਦੇ, ਜਿਹੜਾ ਬਚਨ ਕਹਿਣ ਲੱਗਾ ਸਾਂ, ਮੰਨ ਲਓ ਸਾਡੇ ਪਿਛਲੇ ਕਰਮ ਸਾਥੋਂ ਮਾੜੇ ਹੋ ਗਏ, ਉਹਦੇ 'ਤੇ ਪਰਮੇਸ਼ਰ ਨੇ ਲਿਖ ਦਿੱਤਾ ਵੀ ਇਸ ਜੀਵ ਨੇ ਮਾੜਾ ਕਰਮ ਕੀਤਾ, ਇਹਦੀ ਇਹਨੂੰ ਸਜ਼ਾ ਮਿਲਣੀ ਹੈ, ਉਹ ਸਜ਼ਾ ਐਕਸੀਡੈਂਟ ਹੋਣਾ ਹੈ, ਸਬੱਬ ਬਣਨਾ ਹੈ, ਇਸ ਤਰ੍ਹਾਂ ਕਰਕੇ ਇੰਨੇ ਕੁ ਟਾਈਮ 'ਚ ਮੌਤ ਹੋਣੀ ਹੈ, ਇਹਨਾਂ ਸੰਬੰਧੀ ਵੱਲੋਂ ਦੁੱਖ ਮਿਲਣਾ ਹੈ। ਇਹ ਸਾਰਾ ਕੁਝ ਲਿਖਿਆ ਤੈਅ ਹੈ। ਪਰ ਜਦੋਂ ਹੀ ਕੋਈ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦਾ ਬਚਨ ਕਮਾ ਕੇ ਰੱਬ ਦੇ ਰਾਹ 'ਤੇ ਤੁਰਦਾ ਏ, ਤਾਂ ਉਹ ਜਿਹੜੀ ਰੱਬ ਦੀ ਕਲਮ ਚੱਲੀ ਸੀ ਸਾਡਾ ਮਾੜਾ ਕਰਮ ਵੇਖ ਕੇ, ਉਹ ਦੁਬਾਰਾ ਹਰਕਤ ਵਿੱਚ ਆ ਕੇ ਨਵੇਂ ਲੇਖ ਲਿਖਣੇ ਸ਼ੁਰੂ ਕਰ ਦਿੰਦੀ ਹੈ। ਉਹ ਲੇਖ ਕੀ ਕਰਦੇ, ਮਾੜੇ ਕੱਟ ਕੇ ਉਹਦੇ 'ਤੇ ਇੱਕ ਦਿਨ ਕਾਂਟਾ ਫਿਰ ਜਾਂਦਾ ਏ, ਉਹ ਰਹਿੰਦੇ ਹੀ ਨਹੀਂ, ਉਹ ਕੁਛ ਵੀ ਨਹੀਂ ਖੋਣਾ ਜੋ ਕੁਛ ਮਾੜੇ ਕਰਮਾਂ ਦੇ ਬਾਰੇ ਲਿਖਿਆ ਸੀ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ, ਤੇ ਕਿਉਂ ਨਾ ਅਸੀਂ ਇਹ ਸੁਪਨਾ ਲਈਏ। ਇਹ ਜਦੋਂ ਸੁਪਨਾ ਲੈਂਦਾ ਹੈ ਨਾ ਕੋਈ ਬੰਦਾ ਜਾਗਦਿਆਂ, ਤੇ ਫਿਰ ਜਦੋਂ ਰਾਤ ਨੂੰ ਵੈਸੇ ਵੀ ਸੌਂਦਾ ਜਾਂ ਦਿਨੇ ਜਾਂ ਰਾਤੀ, ਤੇ ਪਰਮਾਤਮਾ ਦਾ ਸੁਭਾਅ ਹੈ, ਉਹ ਪਹਿਲਾਂ ਇਹਦੇ ਜਾਗਦਿਆਂ ਨਹੀਂ ਆਉਂਦਾ, ਇਹਨੂੰ ਨਾ ਨੀਂਦ ਜੇ ਬੇਖੋਸ਼ ਜਿਹਾ ਕਰਕੇ ਸੁਪਨੇ ਵਿੱਚ ਇਹਨੂੰ ਦਰਸ਼ਨ ਦਿੰਦਾ ਹੈ। ਸਤਿਗੁਰੂ ਜੀ ਨੇ ਨਾ ਬੜੇ ਬਚਨ ਕਹੇ ਨੇ ਇਹਦੇ ਬਾਰੇ, ਕਹਿੰਦੇ ਸੁਪਨਾ ਹੀ ਲੈਣਾ ਹੈ ਨਾ ਤੇ ਰੱਬ ਦਾ ਲਓ। ਮਹਾਰਾਜ ਦਾ ਬੱਚਾ ਨੇ ਕਹਿੰਦੇ ਇੱਕ ਦਿਨ ਜਦੋਂ ਨਾਮ ਜਪਦਿਆਂ ਜਪਦਿਆਂ ਪੰਚਮ ਪਿਤਾ ਦਾ ਬੱਚਾ ਨੇ, ਤੁਸੀਂ ਆਰਾਮ ਕਰੋਗੇ, ਆਰਾਮ ਕਰਦਿਆਂ ਤੁਹਾਡੇ ਜਿਹੜੇ ਖਿਆਲ ਆਉਣਗੇ, ਖਿਆਲਾਂ ਵਿੱਚ ਹੋ ਸਕਦਾ ਹੈ ਧੰਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਾਹਮਣੇ ਆਪ ਖਲੋਵੇ। ਸੱਜਣ ਮੁਖ ਅਨੂਪ ਅੱਠੇ ਪੈਰ ਨਿਖਾਲਸਾਂ, ਜਦੋਂ ਵੇਖਿਆ ਨਾ ਉਹਦਾ ਮੁਖੜਾ ਸੁਪਨੇ ਵਿੱਚ ਹੀ ਸੁੱਤਿਆਂ ਹੀ ਇੰਨਾ ਨਿਖਾਲ ਹੋ ਗਏ ਵੀ ਜੀ ਕੀਤਾ ਅੱਠੇ ਪੈਰ ਇਹਨੂੰ ਤੱਕਾਂ। ਸੁਤੜੀ 100 ਡਿੱਠ ਤੈ ਸੁਪਨੇ ਹੋ ਖੰਨੀਆਂ। ਸੁੱਤੀ ਸਾਂ, ਸੁਪਨੇ ਵਿੱਚ ਪਰਮਾਤਮਾ ਪਿਆਰਾ ਦੇਖ ਲਿਆ। ਕਹਿੰਦੇ ਮੈਂ ਸਦਕੇ ਜਾਵਾਂ ਇਹੋ ਜਿਹੇ ਸੁਪਨਿਆਂ ਤੋਂ, ਜਿਹੜੇ ਸੁਪਨਿਆਂ ਵਿੱਚ ਮੇਰਾ ਸਾਈਂ ਆ ਗਿਆ, ਜੇ ਜਾਗਦਿਆਂ ਤੇ ਮਿਲਿਆ ਨਹੀਂ। ਕਹਿੰਦੇ ਧੰਨ ਭਾਗ ਇਹ ਸੁਪਨਾ ਵੀ ਚੰਗਾ ਹੈ। ਸਾਹਿਬ ਬਚਨ ਕਰਦੇ ਨੇ ਇੱਕ ਜਗ੍ਹਾ 'ਤੇ, ਉਹ ਕਹਿੰਦੇ ਨੇ ਖੋਜਤ ਖੋਜਤ ਮੈਂ ਫਿਰਾਂ, ਖੋਜੋਂ ਬਨ ਥਾਨ, ਅਛਲ ਅਛੇਦ ਅਪੇਦ ਪ੍ਰਭ, ਐਸੇ ਭਗਵਾਨ। ਲੱਭਦੇ ਫਿਰਦੀ ਸਾਉ ਦੇ ਲਈ ਦਿਨ ਰਾਤ ਯਤਨ ਕਰਨੇ, ਕਬ ਦੇਖੂੰ ਪ੍ਰਭ ਆਪਣਾ, ਆਤਮ ਕੈ ਰੰਗ, ਜਾਗਨ ਤੇ ਸੁਪਨਾ ਭਲਾ, ਬਸੀਐ ਪ੍ਰਭ ਸੰਗ। ਜਾਗਨ ਨਾਲੋਂ ਕਹਿੰਦੇ ਸੁਪਨਾ ਹੀ ਚੰਗਾ ਏ, ਕਿਉਂਕਿ ਸੁਪਨੇ ਵਿੱਚ ਪਿਆਰ ਨੇ ਅੱਜ ਝਲਕ ਦਿੱਤੀ, ਦੀਦਾਰ ਦਿੱਤਾ। ਸੁਪਨੇ ਵਿੱਚ ਕਿਹਨਾਂ ਦੇ ਸੁਪਨਿਆਂ ਵਿੱਚ ਪਰਮੇਸ਼ਰ ਜੀ ਦਰਸ਼ਨ ਦਿੰਦੇ, ਕਿਹਨਾਂ ਦੇ ਸੁਪਨਿਆਂ ਵਿੱਚ ਸਤਿਗੁਰੂ ਜੀ ਆ ਕੇ ਪਿਆਰਿਓ ਬਖਸ਼ਾਂ ਕਰਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਜਾਗਦਿਆਂ ਸਿਮਰਨ ਕਰਦੇ, ਉਹ ਜਦੋਂ ਸੌਣਗੇ ਤੇ ਅਚਾਨਕ ਕਈ ਵਾਰ ਵੇਖਦੇ ਨਾ ਬੰਦਾ ਬਰੜਾਉਂਦਾ ਹੈ, ਐਵੇਂ ਬੋਲੀ ਜਾਏਗਾ ਕੁਛ ਨਾ ਕੁਛ। ਕਹਿੰਦੇ ਬੰਦਗੀ ਵਾਲੀਆਂ ਰੂਹਾਂ ਜਦੋਂ ਸੌਂ ਕੇ ਕਿਧਰੇ ਬਰੜਾਉਣਗੀਆਂ ਨਾ, ਬਰੜਾਇਆ ਵੀ ਉਹਨਾਂ ਦੇ ਮੁੱਖ ਵਿੱਚੋਂ ਵਾਹਿਗੁਰੂ ਦਾ ਨਾਮ ਨਿਕਲੇ, ਤੇ ਕਹਿਣ ਲੱਗੇ ਸਮਝ ਲੈਣਾ ਵੀ ਗੱਲ ਬਣ ਗਈ ਏ, ਪਰਮੇਸ਼ਰ ਆ ਰਿਹਾ ਨੇੜੇ। ਕਬੀਰ ਸੁਪਨੇ ਕੂ ਬਰੜਾਏ ਕਹਿ, ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਾਨ ਕੀ ਮੇਰੇ ਤਨ ਕੋ ਝਾਮ। ਗੱਲ ਕਰ ਐਸਾ ਵੀ ਜੇ ਸੁਪਨਾ ਲੈਣਾ ਤੇ ਪਰਮੇਸ਼ਰ ਦਾ ਲਈਏ, ਉਹ ਸੁਪਨਿਆਂ ਵਿੱਚ ਆਉਂਦਾ ਹੈ। ਇੱਕ ਵਾਰ ਮਹਾਂਪੁਰਖਾਂ ਨੂੰ ਇੱਕ ਜਗਿਆਸੂ ਨੇ ਬੇਨਤੀ ਕੀਤੀ, ਜੀ ਮੈਨੂੰ ਸੁਪਨੇ ਵਿੱਚ ਸਾਧੂ ਦੇ ਦਰਸ਼ਨ ਹੋਏ, ਉਹਨਾਂ ਨੇ ਮੈਨੂੰ ਕੁਝ ਹਦਾਇਤਾਂ ਕੀਤੀਆਂ ਵੀ ਅੱਜ ਤੋਂ ਤੂੰ ਕੜਾ ਤੇ ਪਾ ਲੈ, ਕਿਰਪਾਨ ਪਾ ਕੇਸ ਰੱਖ, ਅੰਮ੍ਰਿਤ ਛਕਣ ਦਾ ਅਜੇ ਤੇਰਾ ਸਮਾਂ ਨਹੀਂ ਆਇਆ,
ਇੰਨੇ ਸਮੇਂ ਨੂੰ ਆਏਗਾ। ਸਵੇਰੇ ਉੱਠਿਆ ਤਾਂ ਉਹਨੂੰ ਚਾਅ ਬੜਾ ਸੀ, ਪਰ ਨਾਲ ਹੀ ਇੱਕ ਮਨ ਨੇ ਭਰਮ ਪਾ ਦਿੱਤਾ ਭਈ ਸਾਧੂ ਜ਼ਿੰਦਗੀ 'ਚ ਆਇਆ ਵੀ ਰਾਤੀ ਸੁਪਨੇ ਵਿੱਚ ਆਇਆ। ਇਹ ਗੱਲ ਠੀਕ ਹੈ ਕਿ ਗਲਤ? ਮੇਰੇ ਮਨ ਦੇ ਖਿਆਲਾਂ ਦਾ ਸੁਪਨਾ ਹੈ ਕਿ ਸੱਚਾ ਹੈ? ਉਹਨਾਂ ਨੇ ਇਹ ਬੇਨਤੀ ਸਤਿਪੁਰਖਾਂ ਦੇ ਚਰਨਾਂ 'ਚ ਕੀਤੀ। ਉਹ ਕਹਿਣ ਲੱਗੇ ਜੀ ਸੱਚ ਕੇ ਝੂਠਾ? ਕਹਿਣ ਲੱਗੇ ਬਿਲਕੁਲ ਸੱਚਾ। ਜੀ ਫਿਰ ਜੇਕਰ ਪ੍ਰਤੱਖ ਹੀ ਕਿਉਂ ਨਹੀਂ ਸਾਹਮਣੇ ਆ ਕੇ ਸਾਧੂ ਖਲੋਂਦਾ, ਉਹ ਸੁਪਨੇ ਵਿੱਚ ਹੀ ਕਿਉਂ ਸੁਣਿਆ ਦੇ ਕੇ ਗਿਆ ਹੈ? ਕਹਿੰਦੇ ਬੰਦੇ ਦੀ ਇੰਨੀ ਹਿੰਮਤ ਨਹੀਂ, ਤਾਕਤ ਨਹੀਂ ਹੁੰਦੀ ਭਈ ਸਾਧੂ ਦਾ ਜਲਵਾ ਜੇ ਸਾਹਮਣੇ ਆ ਕੇ ਖਲੋ ਜਾਵੇ ਤੇ ਉਹਨੂੰ ਝੱਲ ਸਕੇਗਾ। ਇਹ ਰੱਬ ਦਾ ਇੱਕ ਨਿਯਮ ਹੈ। ਉਹ ਸੁਪਨਿਆਂ ਵਿੱਚ ਪਿਆਰਿਆਂ ਨੂੰ ਪਹਿਲਾਂ ਸੁਣੇ ਦੇ ਕੇ ਤੋਰ ਲੈਂਦੇ ਤੇ ਫਿਰ ਅਗਲਾ ਕਾਰਜ ਕਰਦੇ ਨੇ। ਮਤਾ ਕੋਈ ਸ਼ੱਕ ਨਾ ਰਹਿ ਜੇ, ਗੱਲ ਛਿੜੀਕ ਹੈ। ਮੈਂ ਇਤਿਹਾਸ ਦੇ ਪੰਨੇ ਤੁਹਾਡੇ ਨਾਲ ਸਾਂਝੇ ਕਰਾਂ। ਉਹਨਾਂ ਮਹਾਂਪੁਰਖਾਂ ਨੇ ਕਿਹਾ, ਜਦੋਂ ਸਾਡੀ ਜ਼ਿੰਦਗੀ ਦੇ ਅੰਦਰ ਸੁਪਨੇ ਵਿੱਚ ਸਾਧੂ ਪੂਰਨ ਆਵੇ, ਸਤਿਗੁਰੂ ਆਉਣ, ਉਹਨੂੰ ਕਦੇ ਝੂਠਾ ਨਾ ਸਮਝਿਆ ਜੇ। ਉਹ ਬਿਲਕੁਲ ਸੱਚਾ ਏ। ਉਹ ਅਮਲ ਵਿੱਚ ਲਿਆਉਣੀਆਂ ਗੱਲਾਂ ਜੋ ਵੀ ਉੱਚੇ ਹੁਕਮ ਹੋਵੇ, ਉਹਨੂੰ ਐਵੇਂ ਨਾ ਸਮਝਣਾ। ਪਿਆਰਿਓ, ਸਮਰੱਥ ਗੁਰੂ ਜਾਓ ਦੀਆਂ ਦਰਗਾਹ ਤੋਂ ਬਖਸ਼ੀਆਂ ਰੂਹਾਂ ਐਵੇਂ ਸੁਪਨੇ 'ਚ ਆ ਜਾਣਗੀਆਂ? ਐਵੇਂ ਨਹੀਂ ਆਉਂਦੀਆਂ। ਰੱਬ ਖੁਸ਼ ਹੋਵੇ ਤੇ ਕਿਸੇ ਬਖਸ਼ੇ ਦੇ ਦੀਦਾਰ ਹੁੰਦੇ ਨੇ, ਨਹੀਂ ਤਾਂ ਕਦੇ ਦੀਦਾਰ ਹੁੰਦੇ ਨਹੀਂ। ਤੁਸੀਂ ਕਦੇ ਤਜਰਬਾ ਕਰਕੇ ਵੇਖ ਲੈਣਾ। ਕਈ ਤੁਹਾਨੂੰ ਵੀਰ ਭੈਣ ਮਿਲਣਗੇ, ਤੁਸੀਂ ਲੱਖ ਬੰਦਿਆਂ ਦੀ ਗੱਲ ਕਰੋ, ਮੱਛੇ ਵੱਟ ਨਹੀਂ ਪਾਣਗੇ। ਕਿਸੇ ਬੰਦਗੀ ਵਾਲੇ ਦੀ ਗੱਲ ਕਰੋ ਤੇ ਉਹਦਾ ਅੰਦਰ ਨਫ਼ਰਤ ਨਾਲ ਭਰ ਜਾਏਗਾ, ਜਾਂ ਮੱਛੇ ਵੱਟ ਪੈਣਗੇ, ਉਹਨੂੰ ਚੰਗਾ ਹੀ ਨਹੀਂ ਲੱਗੇਗਾ। ਇੱਕਦਮ ਆਪਣੇ ਆਪ ਨੂੰ ਸ਼ਟ ਡਾਊਨ ਕਰ ਲੇਗਾ ਵੀ ਗੱਲ ਮੈਂ ਸੁਣਨੀ ਨਹੀਂ। ਇਹ ਉਹਦਾ ਕਸੂਰ ਨਹੀਂ ਹੈ। ਉਹਦੇ 'ਤੇ ਗੁੱਸਾ ਨਾ ਕਰੀਏ। ਰੱਬ ਇੰਨਾ ਨਾਰਾਜ਼ ਹੈ ਵੀ ਆਪਣੇ ਪਿਆਰੇ ਦਾ ਖਿਆਲ ਵੀ ਨਹੀਂ ਉਹਨੂੰ ਆਉਣ ਦਿੰਦਾ। ਇਹ ਮੰਦ ਕਰਮਾਂ ਦੀ ਨਿਸ਼ਾਨੀ ਹੁੰਦੀ। ਗੱਲ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਇਤਿਹਾਸ ਵਿੱਚ ਬੜੇ ਬਚਨ ਆਉਂਦੇ, ਜਦੋਂ ਸਤਿਗੁਰੂ ਸਾਹਿਬਾਨਾਂ ਨੇ ਸੁਪਨੇ ਵਿੱਚ ਦੀਦਾਰ ਦੇ ਕੇ ਜਾਂ ਸੁਪਨੇ ਵਿੱਚ ਆਪਣੀ ਬਖਸ਼ਿਸ਼ ਦੇ ਕੇ ਜਨਮ ਤੇ ਮਰਨ ਦੇ ਗੇੜ ਕੱਟੇ ਹੋਣ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ 'ਚੋਂ ਮਾਛੀਵਾੜੇ 'ਚੋਂ ਖੋ ਕੇ ਜਦੋਂ ਮਾਲਵੇ ਵੱਲ ਆਉਂਦੇ ਨੇ ਤੇ ਚੌਧਰੀ ਸਮੀਰ ਨੇ ਬਹੁਤ ਭਾਰੀ ਸੇਵਾ ਕੀਤੀ ਸੀ। ਤਿੰਨੇ ਭਰਾ ਸਨ। ਤਿੰਨੇ ਭਰਾਵਾਂ ਨੇ ਰੱਜ ਕੇ ਸੇਵਾ ਕੀਤੀ। ਹਕੂਮਤ ਦਾ ਡਰ ਨਹੀਂ ਮੰਨਿਆ। ਕਹਿਣ ਲੱਗੇ ਸਤਿਗੁਰੂ ਜੀਓ ਸਾਡੇ ਕੋਲ ਟਿਕਾਣਾ ਕਰੋ। ਸਾਹਿਬ ਕਹਿਣ ਲੱਗੇ ਦੇਖੋ, ਮੁਗਲਾਂ ਦਾ ਰਾਜ, ਵਜ਼ੀਰ ਖਾਨ ਦੀਆਂ ਫੌਜਾਂ ਅਜੇ ਵੀ ਸਾਡੇ ਪਿੱਛੇ ਪਈਆਂ ਨੇ। ਤੁਸੀਂ ਉਹਨਾਂ ਦੀ ਪਰਜਾ ਹੋ। ਉਹਨੇ ਕੱਲ੍ਹ ਨੂੰ ਤੁਹਾਨੂੰ ਹੁਕਮ ਕਰਨਾ, ਫਿਰ ਡਰ ਜਾਓਗੇ। ਸਾਨੂੰ ਰੱਖਣਾ ਹਕੂਮਤ ਤੋਂ ਬਾਗੀ ਖੋਣ ਆਏ। ਕਹਿਣ ਲੱਗੇ ਮਹਾਰਾਜ ਅਸੀਂ ਪਰਜਾ ਵੀ ਤੁਹਾਡੀ, ਸਾਡੀ ਹਕੂਮਤ ਵੀ ਤੁਸੀਂ, ਵੱਡੀ ਤੋਂ ਵੱਡੀ ਕੀਮਤ ਤਾਰਾਂਗੇ ਦਾਤਾ ਜੀ, ਪਰ ਆਪਣੀ ਸੇਵਾ ਜ਼ਰੂਰ ਦਿਓ। ਚੌਧਰੀ ਸਮੀਰ, ਲਖਮੀਰ, ਤਖਤਮਲ ਤਿੰਨਾਂ ਦੀ ਬੇਨਤੀ 'ਤੇ ਸਤਿਗੁਰੂ ਜੀ ਇੱਥੇ ਚਰਨ ਪਾਉਂਦੇ ਨੇ। ਹੌਲੀ ਹੌਲੀ ਸੰਗਤਾਂ ਆਉਣ ਲੱਗ ਪਈਆਂ ਨੇ। ਸੇਵਾ ਅੰਦਰੋਂ ਦਿਲੋਂ ਕਰਦਾ ਸੀ ਚੌਧਰੀ ਸਮੀਰ। ਸਤਿਗੁਰੂ ਜੀ ਦੀ ਸੇਵਾ 'ਤੇ ਬੜੇ ਪ੍ਰਸੰਨ ਸੀ। ਸਾਹਿਬ ਕਹਿਣ ਲੱਗੇ ਸਮੀਰ ਜੀ, ਧੰਨ ਗੁਰੂ ਨਾਨਕ ਸਾਹਿਬ ਦੀ ਤੁਹਾਡੇ 'ਤੇ ਖੁਸ਼ੀ ਹੈ, ਤੁਸੀਂ ਕੁਝ ਮੰਗ ਲਓ। ਇਹਨੇ ਬੇਨਤੀ ਕੀਤੀ ਸਤਿਗੁਰੂ ਜੀਓ ਇੱਕੋ ਹੀ ਫੁਰਨਾ ਹੈ, ਮੁੜ ਕੇ ਜਨਮ ਨਾ ਹੋਵੇ। ਸਤਿਗੁਰੂ ਮੁੜ ਕੇ ਕਾਂ ਕੁੱਤੇ ਨਾ ਬਣਨਾ ਪਵੇ। ਸਤਿਗੁਰੂ ਜੀ ਸਦਾ ਲਈ ਦਰਗਾਹ ਵਿੱਚ ਥਾਂ ਮਿਲ ਜਾਵੇ। ਸਤਿਗੁਰੂ ਜੀ ਚੁੱਪ ਹੋ ਗਏ, ਅੱਗੋਂ ਜਵਾਬ ਨਹੀਂ ਦਿੱਤਾ ਵੀ ਐਸਾ ਹੋਏਗਾ। ਸਾਹਿਬ ਕਹਿਣ ਲੱਗੇ ਸਮੀਰ ਕੁਝ ਹੋਰ ਮੰਗ ਦੁਨੀਆ ਦੀ ਚੀਜ਼। ਆਂਦਾ ਮੇਰੀ ਕੋਈ ਮੰਗ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ 'ਤੇ ਬਖਸ਼ਿਸ਼ ਕੀਤੀਆਂ ਬੜੀਆਂ। ਇਹਦੇ ਅੰਦਰ ਇੱਕ ਦਿਨ ਨਾ ਚਾਅ ਜਿਹਾ ਬਣਿਆ ਵੀ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦਾ ਸੀ। ਪਹਿਰੇ ਵਿੱਚ ਸੀ ਪਰ ਕੋਈ ਹੋਰ ਨਾ ਤਿਆਰ ਕਰੇ, ਚਾਰ ਫਿਰ ਦੁਸ਼ਮਣ ਫਿਰਦੇ। ਅਤੇ ਇੱਕ ਦਿਨ ਆਇਆ ਵੀ ਸਤਿਗੁਰੂ ਤਰੁੱਠ ਕੇ ਇੱਕ ਦਿਨ ਸੀਤ ਪ੍ਰਸ਼ਾਦ ਬੁਰਕੀ ਮੈਨੂੰ ਮਿਲ ਜਾਵੇ ਅਤੇ ਮੇਰਾ ਜੀਵਨ ਸਫਲ ਹੋ ਜਾਵੇ। ਪਿਆਰੇ ਦੀ ਹਰ ਚੀਜ਼ ਪਿਆਰੀ ਲੱਗਦੀ ਹੈ। ਸਤਿਗੁਰੂ ਜੀ ਦਿਲਾਂ ਦੀਆਂ ਜਾਣਦੇ ਸਨ। ਉਹਨਾਂ ਨੇ ਇੱਕ ਬੁਰਕੀ ਆਪ ਲਈ ਅਤੇ ਪੂਰਾ ਥਾਲ ਹੀ ਸਮੀਰ ਦੇ ਹਵਾਲੇ ਕੀਤਾ।
ਸਮੀਰ ਇਹ ਥਾਲ ਛਕ ਘਰ ਲੈ ਗਿਆ। ਪੂਰੇ ਪਰਿਵਾਰ ਨੂੰ ਛਕਾਉਣਾ ਚਾਹੁੰਦਾ ਸੀ, ਪਰ ਘਰ ਵਿੱਚ ਹੀ ਇੱਕ ਚੌਧਰੀ ਮਾਮਾ ਸੀ ਇਹਦਾ, ਉਹਨੇ ਇੱਕ ਨਾ ਪੇਸ਼ ਜਾਣ ਦਿੱਤੀ, ਛਕਣ ਨਾ ਦਿੱਤਾ। ਮੇਰਾ ਅੱਜ ਉਹ ਨਹੀਂ ਮਤਲਬ ਇਸ ਕਥਾ ਵਿਚਾਰ 'ਚ ਸੁਪਨੇ ਦੀ ਗੱਲ ਆਪਾਂ ਸਮਝਣੀ ਹੈ। ਸਤਿਗੁਰੂ ਕਹਿੰਦੇ ਆ ਜੋ ਸੁਪਨੇ ਲੈਂਦੇ ਹੋ ਜਿਹਨੇ ਸੱਚ ਨਹੀਂ ਹੋਣਾ, ਉਹ ਸੁਪਨਾ ਲਵੋ ਜਿਹਨੇ ਸੱਚ ਖੋ ਜਾਣਾ ਹੈ। ਉਹ ਸੁਪਨਾ ਲਵੋ ਜਿਹਨੇ ਜ਼ਿੰਦਗੀ ਸੁਧਾਰ ਦੇਣੀ। ਉਹ ਸੁਪਨੇ ਕਿਉਂ ਲੈ ਕੇ ਬੈਠੇ ਹੋ ਜਿਨ੍ਹਾਂ ਨੇ ਹੁਣ ਵੀ ਦੁਖੀ ਕਰਨਾ ਅਤੇ ਮਰ ਕੇ ਵੀ 84 ਲੱਖ ਜੂਨ ਵਿੱਚ ਪਾਉਣਾ। ਇਹਦੇ ਨਾਲ ਨਾ ਜੁੜੋ। ਆਓ ਤੁਹਾਨੂੰ ਸੱਚੇ ਸੁਪਨੇ ਦੇ ਦੀਦਾਰ ਕਰਾਈਏ। ਸਤਿਗੁਰੂ ਜੀ ਨੇ ਨੂੰ ਆਖਿਆ ਸੀ, ਸਮੀਰ ਘੋੜੇ 'ਤੇ ਚੜ੍ਹ ਜਾਈਂ ਸਵੇਰ ਤੋਂ ਸ਼ਾਮ ਤੱਕ। ਜਿੰਨੇ ਇਲਾਕੇ ਵਿੱਚ ਘੋੜਾ ਫੇਰ ਲਏਗਾ ਉਨੀ ਜ਼ਮੀਨ ਦਾ ਤੈਨੂੰ ਰਾਜ ਦਿਵਾ ਦਿਆਂਗੇ। ਘੋੜਾ ਵੀ ਫੇਰਨਾ ਚਾਹਿਆ ਸੀ, ਮਾਮੇ ਨੇ ਫੇਰ ਨਹੀਂ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਵੇ, ਸੱਚ ਦੱਸ ਦੇਵੇ। ਸਤਿਗੁਰੂ ਕਹਿੰਦੇ ਸਮੀਰ ਕੁਛ ਤੂੰ ਆਪਣੇ ਵੱਲੋਂ ਮੰਗ। ਫਿਰ ਉਹ ਹੀ ਮੰਗ, ਜਨਮ ਮਰਨ ਦਾ ਗੇੜ ਕੱਟਿਆ ਜਾਵੇ। ਜਦੋਂ ਇਹਨੇ ਤੀਜੀ ਵਾਰ ਵੀ ਉਹ ਮੰਗ ਮੰਗੀ, ਸਤਿਗੁਰੂ ਕਹਿੰਦੇ ਚੰਗਾ ਫਿਰ ਕੱਲ੍ਹ ਨੂੰ ਸਵੇਰੇ ਆਵੀਂ। ਕੱਲ੍ਹ ਨੂੰ ਮਹਾਰਾਜ ਜੀ ਵੱਲੋਂ ਬਖਸ਼ਿਸ਼ ਜੋ ਹੋਏਗੀ ਤੁਹਾਡੇ 'ਤੇ ਕਰਾਂਗੇ। ਨੂੰ ਬੜਾ ਚਾਅ ਆਇਆ। ਅਗਲੇ ਦਿਨ ਬੜਾ ਉਦਾਸ, ਰਾਤੀ ਬੜੇ ਚਾਵਾਂ ਨਾਲ ਜਾਂਦਾ ਹੈ, ਦਿਨ ਚੜ੍ਹਦਾ ਅਤੇ ਬੜਾ ਉਦਾਸ ਹੋ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ। ਗਰੀਬ ਨਵਾਜ ਪਿਤਾ ਜੀ ਕਹਿਣ ਲੱਗੇ, ਸਮੀਰ ਤੈਨੂੰ ਤੇ ਅੱਜ ਬੜੀਆਂ ਖੁਸ਼ੀਆਂ ਚਾਹੀਦੀਆਂ ਸਨ, ਤੇਰੇ 'ਤੇ ਵੱਡੀ ਮਿਹਰ ਹੋਣੀ, ਤੂੰ ਅੱਜ ਬੜਾ ਉਦਾਸ ਜਿਹਾ ਨਜ਼ਰ ਆ ਰਿਹਾ, ਇਹਦਾ ਕੀ ਕਾਰਨ ਹੈ? ਕਹਿਣ ਲੱਗਾ, ਸਤਿਗੁਰੂ ਕੁਝ ਨਾ ਪੁੱਛੋ, ਮੈਨੂੰ ਆਪ ਨੂੰ ਸਮਝ ਕੁਛ ਨਹੀਂ ਆਈ। ਸਮਝਾਓਗੇ ਜੋ ਤੁਸੀਂ ਮੈਨੂੰ ਉਹੀ ਸਮਝ ਆਉਣੀ। ਦਾਤਾ ਜਦੋਂ ਰਾਤ ਸੁੱਤਾ ਤੇ ਸੁਪਨੇ ਬੜੇ ਆਏ। ਸੁਪਨੇ ਵਿੱਚ ਮੇਰੇ ਕਈ ਜਨਮ ਹੋਏ, ਕਈ ਵਾਰੀ ਮੌਤ ਹੋਈ, ਕਈ ਮੇਰੇ ਪਰਿਵਾਰ ਬਣੇ ਤੇ ਕਈ ਮੇਰੇ ਤੋਂ ਵਿਛੜੇ, ਕਈ ਜ਼ਿੰਦਗੀਆਂ ਲੰਘੀਆਂ ਰੋਂਦਿਆਂ ਹੱਸਦਿਆਂ ਹਰ ਸੋਗ ਦੇ ਅੰਦਰ। ਦਾਤਾ ਮੈਂ ਸਾਰੀ ਰਾਤ ਹੀ ਇਸੇ ਕਸ਼ਮਕਸ਼ ਵਿੱਚ ਕੱਟੀ, ਪਰ ਆਖਿਰਕਾਰ ਮੇਰਾ ਇਹੋ ਜਿਹੀ ਜਗ੍ਹਾ 'ਤੇ ਜਨਮ। ਮੈਂ ਕੁਛ ਡੇਲੇ ਜੇ ਬੇਰ ਜਿਹੜੇ ਹੁੰਦੇ ਬੇਰੀਆਂ ਦੇ ਉਹ ਮੈਂ ਖਾ ਕੇ ਗੁਜ਼ਾਰਾ ਕਰ ਰਿਹਾ ਸਾਂ। ਮੇਰੇ ਮੂੰਹ ਵਿੱਚ ਸੀ, ਜਾਗ ਖੁੱਲ੍ਹ ਗਈ ਅਤੇ ਮੈਂ ਹੈਰਾਨ ਪਈ, ਚਲੋ ਸੁਪਨੇ ਕਿਹੋ ਜਿਹੇ ਆਏ। ਜਦੋਂ ਕੁਰਲੀ ਕੀਤੀ ਅਤੇ ਮੂੰਹ ਵਿੱਚੋਂ ਉਹ ਬੀ ਨਿਕਲੇ। ਸਾਹਿਬਾ ਇਹ ਕੀ, ਜੋ ਸੁਪਨਾ ਝੂਠਾ ਸੀ ਅਤੇ ਇਹ ਬੀ ਜਿਹੜੇ ਮੈਂ ਖਾਧੇ ਸੁਪਨੇ ਵਿੱਚ ਮੇਰੇ ਮੂੰਹ ਵਿੱਚੋਂ ਨਿਕਲ ਆਏ। ਤਾਂ ਉਦਾਸ ਹਾਂ, ਸੁਪਨਿਆਂ ਨੂੰ ਵੇਖ ਕੇ ਉਦਾਸ। ਸਾਹਿਬ ਕਹਿੰਦੇ ਉਦਾਸ ਨਹੀਂ ਹੋਣਾ, ਖੁਸ਼ ਹੋਣਾ ਹੈ। ਮਹਾਰਾਜ ਇਹਦਾ ਕੀ ਕਾਰਨ? ਕਹਿਣ ਲੱਗੇ ਉਹ ਸੁਪਨੇ ਝੂਠੇ ਨਹੀਂ ਸਨ, ਤੇਰੇ ਅਨੇਕਾਂ ਜਨਮ ਅਜੇ ਹੋਰ ਖੋਣੇ ਸਨ। ਅਨੇਕਾਂ ਵਾਰੀ ਤੂੰ ਜੰਮਣਾ ਮਰਨਾ, ਪਰਿਵਾਰ ਤੇਰੇ ਵਸਣੇ, ਤੂੰ ਰੋਣਾ, ਕਲਪਨਾ ਕਈ ਕੁਛ ਸੀ, ਪਰ ਜਿਹੜੀ ਤੂੰ ਸੇਵਾ ਕੀਤੀ ਏ ਅਸੀਂ ਤੇਰੇ ਕਈ ਜਨਮ ਤੈਨੂੰ ਦਿਖਾ ਕੇ ਸੁਪਨੇ ਵਿੱਚ ਕੱਟ ਦਿੱਤੇ ਨੇ ਅਤੇ ਬਾਕੀਆਂ 'ਤੇ ਵੈਸੇ ਹੀ ਕਾਂਟਾ ਫੇਰ ਦਿੱਤਾ ਹੈ। ਇਹ ਸਾਰੇ ਜਨਮ ਭੋਗਣੇ ਪੈਣੇ ਸੀ। ਧੜਮ ਸਤਿਗੁਰੂ ਦੇ ਚਰਨਾਂ 'ਚ ਡਿੱਗਾ। ਜਦੋਂ ਹੀ ਡਿੱਗਾ ਅਤੇ ਸਤਿਗੁਰੂ ਨੇ ਦ੍ਰਿਸ਼ਟੀ ਪਾਈ, ਦਿਖਾ ਕੇ ਸਾਰਾ ਕੁਝ ਕੱਟ ਦਿੱਤਾ ਵੀ ਹੁਣ ਜਿਉਂਦਿਆਂ ਜੀ ਸੁਰਤੀ ਉਹਦੀ ਦਰਗਾਹ ਦਾ ਆਨੰਦ ਮਾਣਦੀ ਸੀ। ਇਹਦਾ ਮਤਲਬ ਹੋਇਆ ਸੱਚਾ ਸੁਪਨਾ ਸੀ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਲਈ। ਉਹ ਸੁਪਨਾ ਕਿੰਨਾ ਭਲਾ ਏ ਜੇ ਸੁਪਨੇ ਵਿੱਚ ਸਤਿਗੁਰੂ ਜੀ ਆਉਣ। ਉਹ ਸੁਪਨਾ ਕਿਤਨਾ ਭਲਾ ਏ ਜੇ ਸੁਪਨੇ ਦੇ ਅੰਦਰ ਉਹਦੀ ਬਖਸ਼ਿਸ਼ ਨਾਲ ਜਨਮ ਤੇ ਮਰਨ ਦੇ ਗੇੜ ਕੱਟੇ ਜਾਣ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦਾ ਹੁਕਮ ਹੈ ਜੇ ਸੁਪਨਾ ਹੀ ਲੈਣਾ ਤੇ ਫਿਰ ਉਹ ਲਈਏ, ਕਿਉਂ ਨਾ ਉਹਦੇ ਚਰਨਾਂ ਵੱਲ ਤੁਰਾਂਗੇ, ਤੁਰਦਿਆਂ ਵੀ ਸੁਖੇ, ਫਿਰ ਜਦੋਂ ਪਹੁੰਚੇ ਉਦੋਂ ਵੀ ਸੁਖੇ ਅਤੇ ਪ੍ਰਤੱਖ ਪਰਮਾਤਮਾ ਮਿਲ ਜਾਣਾ। ਇੱਕ ਉਹ ਸੁਪਨਾ ਜਿਹਦੇ ਉੱਠਾਂਗੇ ਉਦਾਸ, ਇੱਕ ਉਹ ਸੁਪਨਾ ਪਿਆਰਿਓ ਜਿਹੜਾ ਜਾਗਦਿਆਂ ਤੇ ਖੁਸ਼ੀ ਮਿਲਣੀ, ਸੁੱਤਿਆਂ ਵੀ ਇੱਕ ਵੱਖਰਾ ਹੀ ਆਨੰਦ ਹੋਏਗਾ। ਜਦੋਂ ਇਹ ਕਿਰਪਾ ਸ੍ਰੀਮਾਨ ਭਾਈ ਗੁਰਦਾਸ ਸਾਹਿਬ 'ਤੇ ਹੋਈ ਨਾ, ਅਤੇ ਉਹਨਾਂ ਨੇ ਵੀ ਸੁਪਨੇ ਬਾਰੇ ਬਚਨ ਲਿਖੇ ਨੇ। ਉਹਨਾਂ ਨੂੰ ਪਹਿਲਾਂ ਸਾਈਂ ਪਰਮੇਸ਼ਰ ਨੇ ਅੰਦਰੋਂ ਜਿਹੜੇ ਦਰਸ਼ਨ ਦਿੱਤੇ ਸੀ ਸੁਪਨੇ ਵਿੱਚ ਹੀ ਪਹਿਲਾਂ ਦਿੱਤੇ ਨੇ। ਤੁਸੀਂ ਕਹੋਗੇ ਉਹ ਤਾਂ ਪਹਿਲਾਂ ਹੀ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਸਰੀਰ ਕਰਕੇ ਸਤਿਗੁਰਾਂ ਦੇ ਕੋਲ ਰਹਿਣ ਨਾਲ ਸਤਿਗੁਰੂ ਦੀ ਸਿੱਖੀ ਨਹੀਂ ਕੇਵਲ ਆ ਜਾਂਦੀ,
ਅੰਦਰੋਂ ਸੁਰਤੀ ਜਦੋਂ ਸਤਿਗੁਰੂ ਜੀ ਨੂੰ ਪਛਾਣਦੀ ਏ, ਉਹ ਕਹਾਣੀ ਖੋਰ ਏ। ਪਿਆਰਿਓ, ਸਤਿਗੁਰੂ ਦੀ ਕਿਰਪਾ ਨਾਲ ਜਦੋਂ ਉਹਨਾਂ ਦੇ ਕੋਈ ਬਚਨ ਕਮਾਉਂਦਾ, ਸਿੱਖ ਬਣਦਾ, ਉਦੋਂ ਵਰਤ ਦਿਖੈ। ਸਤਿਗੁਰੂ ਜੀ ਤੇ ਸ਼ਰਧਾ ਪਿਆਰ ਸੀ, ਜੋ ਬਚਨ ਕਹਿਣੇ ਮੰਨਣੇ। ਅੰਦਰੋਂ ਜਿਹੜੇ ਉਹ ਅਜਬ ਨਜ਼ਾਰੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਹੁੰਦੇ ਨੇ। ਸ਼ਬਦ ਰੂਪ ਅੰਦਰ ਅਕਾਲ ਪੁਰਖ ਦੀਆਂ ਜਿਹੜੀਆਂ ਖੇਡਾਂ ਨੇ, ਉਹਦੇ ਜਦੋਂ ਦਰਸ਼ਨ ਹੋਏ ਤਾਂ ਉਦੋਂ ਕਹਿੰਦੇ ਸੁਪਨ ਚਰ ਚਿੱਤਰ ਬਾਨਕ ਬਨੇ ਪਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਕਹਿੰਦੇ ਅੱਜ ਸੁਪਨੇ 'ਚ ਮੇਰੇ ਪ੍ਰੀਤਮ ਜੀ ਆਏ ਸਨ। ਫਿਰ ਉਹਨਾਂ ਦਾ ਨਕਸ਼ਾ ਵੀ ਖਿੱਚਦੇ ਨੇ ਵੀ ਪਰਮ ਦਇਆਲ ਲਾਲ ਲੋਚਨ ਵਿਸਾਲ, ਮੁੱਖ ਬਚਨ ਰਸਾਲ ਮਦ ਮਦਰ ਪਿਆਏ ਹੈ। ਕਹਿੰਦੇ ਬੜੇ ਦਿਆਲੂ ਸਨ। ਫਿਰ ਉਹਨਾਂ ਦੇ ਨੇਤਰ ਬੜੇ ਵਿਸ਼ਾਲ ਸੀ, ਪਿਆਰਾਂ ਵਾਲੇ। ਉਹਨਾਂ ਦੇ ਬਚਨ ਬੜੇ ਮਿੱਠੇ ਸਨ, ਜਿਵੇਂ ਸ਼ਹਿਦ ਪਿਲਾਉਂਦੇ ਖੋਣ। ਇਹ ਸਾਰਾ ਕੁਝ ਪਿਆਰਿਓ ਉਹ ਮਾਣਦੇ ਨੇ। ਆਪ ਜੀ ਜਾਣਦੇ ਹੋ, ਜਦੋਂ ਕੋਈ ਵੀ ਸੁਪਨਾ ਲੈਂਦਾ ਹੈ ਨਾ, ਸੁਪਨੇ ਵਿੱਚ ਜੋ ਕੁਝ ਉਹ ਵੇਖਦਾ ਹੈ, ਉਹ ਕੇਵਲ ਉਹ ਆਪ ਹੀ ਵੇਖ ਸਕਦਾ, ਦੂਸਰੇ ਨੂੰ ਦਿਖਾ ਨਹੀਂ ਸਕਦਾ। ਸੁਪਨੇ ਭਾਵੇਂ ਦੁਨਿਆਵੀ ਹੋਵੇ ਚਾਹੇ ਰੂਹਾਨੀਅਤ ਦਾ, ਸੁਪਨਾ ਵੇਖਣ ਵਾਲਾ ਹੀ ਕੇਵਲ ਵੇਖ ਰਿਹਾ ਨੇ ਤੇ ਨਹੀਂ ਕਹਿੰਦਾ ਨਾਲ ਦੇ ਨੂੰ ਆ ਮੈਨੂੰ ਸੁਪਨਾ ਆ ਰਿਹਾ, ਆ ਮੈਂ ਤੈਨੂੰ ਦਿਖਾਵਾਂ। ਫਿਰ ਤੇ ਜਾਗ ਖੁੱਲ੍ਹ ਗਈ। ਉਹ ਇਕੱਲਾ ਵੇਖਦਾ ਹੈ। ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਭਾਵੇਂ ਉਹ ਸਤਿਗੁਰੂ ਦੇ ਰੂਪ ਵਿੱਚ ਆਉਣ, ਭਾਵੇਂ ਉਹ ਸ੍ਰਿਸ਼ਟੀ ਦੇ ਮਾਲਕ ਬਣ ਕੇ ਹੋਰ ਰੂਪ ਬਣਾਉਣ, ਜਿਹੜੇ ਉਹਨਾਂ ਦੇ ਹੁੰਦੇ ਨੇ, ਉਹ ਕੇਵਲ ਉਹੀ ਰੂਹਾਂ ਜਾਣਦੀਆਂ ਜਿਨ੍ਹਾਂ ਨੂੰ ਦਿਖਾਉਂਦਾ ਹੈ। ਹਰ ਕਿਸੇ ਨੂੰ ਨਵੇਂ ਰੂਪ ਨਵੇਂ ਰੰਗਾਂ ਵਿੱਚ ਉਹਨੇ ਦੀਦਾਰ ਦੇਣੇ, ਇੱਕੋ ਜਿਹੇ ਤੇ ਨਹੀਂ ਨਾ ਦਿੰਦਾ। ਤੋ ਭਾਈ ਗੁਰਦਾਸ ਸਾਹਿਬ ਕਹਿੰਦੇ ਮੈਨੂੰ ਨਾ ਜਿਵੇਂ ਸ਼ਹਿਦ ਪਿਲਾ ਰਹੇ ਸਨ ਉਹਨਾਂ ਦੇ ਬਚਨ ਜਦੋਂ ਮੇਰੇ ਨਾਲ ਕਰਦੇ ਸੀ। ਸੋਬਤ ਸੇ ਜਾਸਨ ਬਿਲਾਸਨ ਕੈ ਅੰਕ ਮਾਲ। ਕਹਿੰਦੇ ਉਹ ਕਿਸੇ ਸਿੰਘਾਸਨਾਂ 'ਤੇ ਬੜੇ ਸੋਹਣੇ ਮੈਨੂੰ ਬੈਠੇ ਦਿਸਦੇ ਸੀ। ਉਹ ਗੋਦ ਵਿੱਚ ਉਹਨਾਂ ਨੇ ਲਿਆ, ਪ੍ਰੇਮ ਰਸ ਵਿਸ਼ਮ ਖੋਏ ਸਹਿਜ ਸਮਾਇ ਹੈ। ਕਹਿੰਦੇ ਇੰਨਾ ਕੁ ਪ੍ਰੇਮ ਰਸ ਮੈਨੂੰ ਆਇਆ, ਮੈਂ ਮਸਤੀ ਹੋ ਗਿਆ। ਮੈਂ ਕੋਈ ਗੱਲਬਾਤ ਹੀ ਨਾ ਕਰ ਸਕਿਆ, ਮੈਂ ਕੋਈ ਪੁੱਛਿਆ ਨਾ। ਚਰਨਾਂ ਦਾ ਰਸ ਪੀ ਰਿਹਾ ਸਾਂ ਤੇ ਅਚਾਨਕ ਕਹਿੰਦੇ ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ। ਬਬੀਆ ਕੋਲੋਂ ਬੋਲ ਪਿਆ, ਉਹਦੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹ ਗਈ। ਭਈ ਜਲ ਮੀਨ ਗਤ ਬਿਰੇ ਜਗਾਏ ਹੈ। ਜਦੋਂ ਮੇਰੀ ਜਾਗ ਖੁੱਲ੍ਹੀ ਮੈਂ ਤੜਫਿਆ ਬਹੁਤ, ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਫਦੀ। ਆਖਿਆ ਹਾਏ ਐਖੋ ਜੀ ਨੀਂਦ ਤੇ ਕਰਮਾਂ ਵਾਲੀ ਸੀ। ਅੱਜ ਉਹ ਆਪ ਆਇਆ। ਬਬੀਆ ਤੂੰ ਕੰਨ ਨੂੰ ਬੋਲਿਆ, ਜਿਵੇਂ ਪੰਚਮ ਪਿਤਾ ਜੀ ਬਚਨ ਕਰਦੇ ਨੇ ਨਾ। ਉਹ ਕਹਿੰਦੇ ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਸੁਪਨੇ ਵਿੱਚ ਆਇਆ ਸੀ, ਉਹ ਚਲਾ ਗਿਆ। ਮੈਂ ਬਹੁਤ ਰੋਇਆ, ਹੁਣ ਮੈਂ ਕੀ ਕਰਾਂ। ਆਏ ਨ ਸਕਾਂ ਤੁਝ ਕਨ ਪਿਆਰੇ, ਭੇਜ ਨ ਸਕਾਂ ਕੋਏ। ਉਹ ਮੇਰੇ ਪਿਆਰੇ, ਮੈਂ ਤੇਰੇ ਕੋਲ ਆ ਨਹੀਂ ਸਕਦਾ, ਤੇਰੇ ਕੋਲ ਭੇਜ ਨਹੀਂ ਕੁਝ ਸਕਦਾ, ਕਿਉਂਕਿ ਤੂੰ ਤੇ ਅੰਦਰ ਹੋਣਾ ਹੈ ਤੇ ਮੈਂ ਬਾਹਰੋਂ ਹੀ ਕਿਸੇ ਨੂੰ ਭੇਜਾਂਗਾ। ਕਿੱਥੇ ਜਾਵਾਂ ਤੇ ਕਿੱਥੇ ਆਵਾਂ, ਤੂੰ ਹੀ ਅੰਦਰ ਆਉਣਾ ਆਪਣੀ ਮਰਜ਼ੀ ਨਾਲ। ਅੱਛਾ ਤੂੰ ਨਹੀਂ ਆਏਗਾ, ਮੈਂ ਤਰਲਾ ਕਰਦਾ ਆਓ ਸੁਪਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਫਿਰ ਨੀਂਦ ਨੂੰ ਕਹਿੰਦੇ ਜੀ ਤੁਸੀਂ ਹੀ ਆ ਜਾਓ ਨੀਂਦ ਦੁਬਾਰਾ। ਉਹੋ ਜਿਹੀ ਨੀਂਦ ਆਵੇ ਜਿਸ ਨੀਂਦ ਵਿੱਚ ਸ਼ੌ ਦੇ ਦੀਦਾਰ ਹੋਣ। ਉਹ ਕਿਤਨੇ ਕਰਮਾਂ ਵਾਲੀ ਨੀਂਦ, ਕਰਮਾਂ ਵਾਲੇ ਸੁਪਨੇ, ਭਾਗ ਜਿਹੜੇ ਭਾਗ ਬਣਾ ਜਾਂਦੇ ਨੇ। ਤਾਂ ਤੇ ਆਓ ਗੁਰੂ ਕੇ ਪਿਆਰਿਓ, ਨਾਵੇਂ ਸਤਿਗੁਰੂ ਜੀ ਦੇ ਅੱਜ 2 ਬਚਨ ਨੇ। ਸਾਹਿਬ ਕਹਿੰਦੇ ਤੁਸੀਂ ਪਕੜ ਕੇ ਬੈਠੇ ਹੋ ਮਮਤਾ ਦੇ ਮਾਰੇ, ਲਾਲਚ ਮੋਹ ਅਹੰਕਾਰ, ਖੁਦ ਦਾ ਵੀ ਨੁਕਸਾਨ ਕਰ ਰਹੇ ਹੋ ਤੇ ਪਰਿਵਾਰਾਂ ਦਾ ਵੀ। ਕਿਉਂ ਨਾ ਜੋ ਪੁਰਾਣੀ ਮਮਤਾ ਤਜੈ ਲੋਹ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ। ਆਪ ਵੀ ਤਰੋਗੇ ਤੇ ਦੂਸਰਿਆਂ ਨੇ ਤੇ ਮਮਤਾ ਉਂਝ ਤੇ ਨਹੀਂ ਨਾ ਤਿਆਗੀ ਜਾਣੀ, ਇਹ ਤੇ ਨਾਮ ਜਪਾਂਗੇ ਤੇ ਤਿਆਗੀ ਜਾਣੀ। ਸਭ ਕਹਿੰਦੇ ਜਿਉਂ ਸੁਪਨਾ ਰਪੇਖਣਾ ਐਸੇ ਜਗ ਕੋ ਜਾਣ। ਇਹ ਸੁਪਨੇ ਦੀ ਨਿਆਈ ਸੰਸਾਰ ਨੂੰ ਤੂੰ ਪਕੜ ਕੇ ਬੈਠਾ ਹੈ। ਇਹਦੇ ਲਈ ਖਾਸ਼ਾਂ ਹੀ ਖਾਸ਼ਾਂ ਸੁਪਨਾ, ਖਾਸ਼ਾਂ ਨੂੰ ਕਹਿੰਦੇ ਇੱਕ ਸੌਂ ਕੇ ਸੁਪਨਾ ਲਈਦਾ, ਇੱਕ ਜਾਗਦਿਆਂ ਸੁਪਨੇ ਲਈਦੇ ਖਾਸ਼ਾਂ ਨੇ।
ਜਦੋਂ ਆਪਾਂ 100 ਕੇ ਵੀ ਸੁਪਨੇ ਹੁੰਦੇ ਉਹ ਖਾਸ਼ਾਂ ਹੀ ਪੂਰੀਆਂ ਹੁੰਦੀਆਂ ਨੇ। ਆਹ ਬਣਾ ਲਾਂਗੇ, ਢਾਲ ਲਾਂਗੇ। ਸਾਹਿਬ ਕਹਿੰਦੇ ਨੇ ਇਹ ਝੂਠੇ ਸੁਪਨੇ ਨਾ ਲੈ। ਇਨ ਮੈਂ ਕੱਚ ਸਾਚੋ ਨਹੀਂ ਨਾਨਕ ਬਿਨ ਭਗਵਾਨ, ਇਹਨਾਂ 'ਚੋਂ ਸੱਚਾ ਕੁਝ ਨਹੀਂ ਹੋ। ਸੱਚਾ ਪਰਮਾਤਮਾ ਹੀ, ਉਹ ਜਿਉਂਦਾ ਜਾਗਦਾ ਹੀ, ਉਹਦੇ ਨਾਲ ਜੁੜ। ਉਹ ਸੁਪਨੇ ਦੇ ਲਵਾਂਗੇ, ਉਹ ਸੱਚਮੁੱਚ ਅੰਦਰੋਂ ਚੀਜ਼ਾਂ ਪ੍ਰਗਟ ਹੋਣਗੀਆਂ। ਉਹ ਝੂਠ ਨਹੀਂ ਹੋਏਗਾ। ਬੰਦਗੀ ਵਾਲਿਆਂ ਦੇ ਕੋਲ ਖਜ਼ਾਨਾ ਉਹਦਾ ਬਖਸ਼ਿਆ ਹੁੰਦਾ। ਉਹ ਸੁੱਤੇ ਖੂਣ ਜਾਗਦੇ ਖੂਣ, ਉਹ ਖਜ਼ਾਨਿਆਂ ਦੇ ਮਾਲਕ ਆਪ ਬਣੇ ਰਹਿੰਦੇ ਨੇ। ਜੋ ਜ਼ੁਬਾਨ ਤੋਂ ਬਚਨ ਕਰਨ ਉਹ ਪੂਰੇ ਹੁੰਦੇ ਨੇ। ਇਸੇ ਕਰਕੇ ਦੂਸਰਿਆਂ ਦੀ ਵੀ ਸ਼ਰਧਾ ਬਣਦੀ, ਦੂਸਰੇ ਵੀ ਨਾਮ ਜਪਦੇ, ਦੂਸਰਿਆਂ ਦੀਆਂ ਕਾਰੋਬਾਰਾਂ 'ਚ ਬਰਕਤਾਂ ਪੈਂਦੀਆਂ, ਅੰਦਰ ਦਾ ਟਿਕਾਊ ਹੁੰਦਾ, ਹੋਰਨਾਂ ਦਾ ਵੀ ਉਧਾਰ ਹੁੰਦਾ ਅਤੇ ਆਪਣਾ ਵੀ। ਤਾਂ ਤੇ ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਈਏ। ਪਰਮੇਸ਼ਰ ਦਾ ਮਿਲਣ ਦਾ ਸੁਪਨਾ, ਜ਼ਿੰਦਗੀ ਦਾ ਸੁਪਨਾ ਲਈਏ। ਸਤਿਗੁਰੂ ਨੂੰ ਜਿਉਂਦਿਆਂ ਜੀ ਪ੍ਰਗਟ ਕਰਨਾ ਨਾ ਕਿ ਮੋਇਆਂ ਤੋਂ ਬਾਅਦ। ਸੱਚਖੰਡ ਵਿੱਚ ਵਸਣਾ ਜਿਉਂਦਿਆਂ ਜੀ। ਵੈਕੁੰਠ ਧਾਮ ਦਾ ਨਜ਼ਾਰਾ ਲੈਣਾ ਜਿਉਂਦਿਆਂ ਜੀ। ਗੁਰੂ ਕੀ ਸੰਗਤ ਵਿੱਚ ਇਹ ਬਰਕਤਾਂ ਮਿਲਦੀਆਂ ਨੇ। ਸਤਿਗੁਰੂ ਤਰਸ ਕਰਨ, ਸਾਨੂੰ ਸਭਨਾਂ ਦੇ ਅੰਦਰ ਇਹ ਖਿਆਲ ਪਾਣ, ਅਸੀਂ ਸਾਈਂ ਨੂੰ ਮਿਲਣ ਦਾ ਸੁਪਨਾ ਲੈ ਕੇ ਤੁਰੀਏ। ਸੱਚ ਨੂੰ ਪਕੜੀਏ ਅਤੇ ਝੂਠ ਨੂੰ ਆਪ ਹੀ ਤਿਆਗ ਦਈਏ। ਉਹਨੇ ਸਾਨੂੰ ਛੱਡ ਜਾਣਾ। ਜੇ ਅਸੀਂ ਅੰਦਰੋਂ ਛੱਡ ਦੇਵਾਂਗੇ ਤਾਂ ਉਹ ਚੀਜ਼ ਸਾਡੇ ਮਗਰ ਮਗਰ ਰਹੇਗੀ। ਇੰਨੇ ਬਚਨ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।